ਹੁਣ ਆਪਣਾ ਕਿੰਨਾ ਰਹਿ ਗਿਆ ਸੀਗਾ, ਇਨਵੋਇਸ ਹੀ ਰਹਿ ਗਈ ਸੀ। हाँ जी। ਇਹ ਸਾਰਾ ਤਾਂ ਹੋ ਗਿਆ ਨਾ। हाँ जी। हाँ जी। ਇਨਵੋਇਸ ਰਹਿ ਗਈ ਆਪਣੀ। ਇਨਵੋਇਸ 'ਚ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਐਕਸਪਲੇਨ ਕਰਾਂ। ਇੱਕ ਹੁੰਦਾ ਸਟੈਂਡਰਡ ਪੇ। हम्म, ਮੈਂ ਤੁਹਾਨੂੰ ਡੈਟ ਸਮਝਾਇਆ ਸੀ ਨਾ ਕਿ ਇੱਦਾਂ ਇੰਨੇ ਦਿਨਾਂ 'ਚ ਬ੍ਰੋਕਰ ਪੇ ਕਰਦਾ ਹੈ। हाँ जी। हाँ जी। ਫੈਕਟਰਿੰਗ ਦੇ ਟਾਈਮ ਸਮਝਾਇਆ ਸੀ ਹੈ ਨਾ। हाँ जी। ਹਾਂ, ਇੱਕ ਹੁੰਦੀ ਹੈ ਸਟੈਂਡਰਡ ਪੇ, ਜਿਸ 'ਚ ਬ੍ਰੋਕਰ ਆਪਾਂ ਨੂੰ ਕਹਿ ਦਿੰਦਾ ਆਈ ਵਿਲ ਪੇ ਯੂ ਇਨ 19 ਡੇਜ਼ ਜਾਂ 20 ਡੇਜ਼। ਉਹ ਵਰਕਿੰਗ 19 ਡੇਜ਼ ਜਾਂ 20 ਡੇਜ਼ ਹੁੰਦੇ ਆ। ਠੀਕ ਹੈ। ਇੱਕ ਅਗਲਾ ਕਹਿ ਦਿੰਦਾ ਹੈ ਕਿ ਕੁਇਕ ਪੇ ਲੈ ਲਓ ਮੇਰੇ ਤੋਂ। हम्म, ਠੀਕ ਹੈ। ਕੁਇਕ ਪੇ ਦਾ ਇੱਦਾਂ ਹੁੰਦਾ ਹੈ, ਉਹ 'ਚ ਤੁਸੀਂ ਜੋ ਕੈਰੀ ਪੈਕਟ ਜਦ ਭਰੇ ਸੀ ਉਸ 'ਚ ਲਿਖਿਆ ਹੋਇਆ ਹੈ ਕੌਣ ਲੌਜਿਸਟਿਕ ਦੇ ਕੈਰੀ ਪੈਕਟ 'ਚ ਕੋਈ ਕੁਇਕ ਪੇ ਲੈ ਲਓ। ਕੁਇਕ ਪੇ ਦਾ ਇੱਦਾਂ ਹੈਗਾ, ਤੁਸੀਂ ਕੁਇਕ ਪੇ ਲਓਗੇ ਤੁਹਾਨੂੰ ਆਈ ਥਿੰਕ ਕੋਈ ਨਹੀਂ ਲੌਜਿਸਟਿਕ ਦੇ ਕੈਰੀ ਪੈਕਟ 'ਚ 2% ਹੈ ਚਾਰਜਿਸ। हम्म, ਠੀਕ ਹੈ, ਕਿ ਕੁਇਕ ਪੇ ਲੈ ਲਓ, 2% ਚਾਰਜਿਸ, 3% ਚਾਰਜਿਸ ਕੱਟ ਕੇ ਅਸੀਂ ਤੁਹਾਨੂੰ ਪੇ ਕਰ ਦਿੰਦੇ ਹਾਂ। ठीक। ਠੀਕ ਹੈ। ਇੱਕ ਹੁੰਦੀ ਸਟੈਂਡਰਡ ਪੇ, ਉਹ ਨੋਰਮਲੀ ਪੇਮੈਂਟ ਦੇਗਾ। ਇੱਕ ਹੈ ਕੁਇਕ ਪੇ, ਤੁਸੀਂ ਲੋਡ ਡਿਲੀਵਰ ਕਰਨ ਤੋਂ ਉਹਦੇ ਦੋ। ਟੈਕ ਤੇ ਪੇਮੈਂਟ ਹੁੰਦੀ ਹੈ ਜਿਹੜੀ। ਫੈਕਟਰਿੰਗ ਪੇਮੈਂਟ ਕੁਇਕ ਪੇ ਇੱਦਾਂ ਹੈ ਕਿ ਕਈ ਵਾਰੀ ਨਾ ਜਿੱਦਾਂ ਆਪਾਂ ਲੋਡ ਕਰ ਲਿਆ, ਅਸੀਂ ਬਾਅਦ 'ਚ ਚੈੱਕ ਕੀਤਾ ਯਾਰ ਇਹ ਬ੍ਰੋਕਰ ਹੂੰ, ਫੈਕਟਰਿੰਗ ਦਾ ਅਪਰੂਵ ਨਹੀਂ ਹੈ, ਪਰ ਉਹਦਾ ਕ੍ਰੈਡਿਟ ਸਕੋਰ ਵਗੈਰਾ ਸਭ ਠੀਕ ਹੈ। ਹੂੰ, ਠੀਕ ਹੈ। ਫਿਰ ਵੀ ਆਪਾਂ ਲੋਡ ਕਰ ਕਰ ਲਾਂਗੇ ਕਿ ਕ੍ਰੈਡਿਟ ਸਕੋਰ ਠੀਕ ਹੈ, ਕੋਈ ਨਹੀਂ ਫੈਕਟਰਿੰਗ ਤੋਂ ਪੇਮੈਂਟ ਨਹੀਂ ਆਏਗੀ, ਅਸੀਂ ਖੁਦ ਇਨਵੋਇਸ ਕਰ ਦਾਂਗੇ। ਕਈ ਵਾਰੀ ਫੈਕਟਰਿੰਗ ਕਹਿ ਦਿੰਦੀ ਹੈ ਕਿ ਭਾਈ ਇਹ ਬ੍ਰੋਕਰ ਨਾਲ ਮੈਂ ਕੰਮ ਨਹੀਂ ਕਰਦੀ, ਹੁਣ ਇਹਨੂੰ ਖੁਦ ਹੀ ਇਨਵੋਇਸ ਕਰਕੇ ਖੁਦ ਹੀ ਪੇਮੈਂਟ ਲੈ ਲਓ ਕਿ ਮੇਰੇ ਤੋਂ ਨਹੀਂ ਇਹ ਹੈਗਾ। ਠੀਕ। ਠੀਕ ਹੈ। ਫਿਰ ਆਪਾਂ ਨੂੰ ਕਹਿਣਾ ਠੀਕ ਹੈ ਆਪਾਂ ਨੂੰ ਕੁਇਕ ਪੇ ਦੇ ਦੇ, ਜਾਂ ਜੇ ਤੁਸੀਂ ਠੀਕ। ਵੇਟ ਕਰਨਾ ਸਟੈਂਡਰਡ ਪੇ ਦੇ ਦੇ। ਉਹ ਜਦ ਤੁਸੀਂ ਇਨਵੋਇਸ ਭੇਜੋਗੇ ਉਹਦੇ ਬਾਅਦ ਉਹ ਸ਼ੁਰੂ ਕਰੇਗਾ ਡੇਜ਼। ਠੀਕ। ਠੀਕ ਹੈ। ਤਾਂ ਇੱਦਾਂ ਹੁੰਦਾ ਹੈ। ਹੁਣ ਕੁਇਕ ਪੇ 'ਚ ਹੋ ਜਾਏਗਾ ਕਿ ਜਿੰਨੀ ਜਲਦੀ ਤੁਸੀਂ ਲਓਗੇ ਉਸ ਹਿਸਾਬ ਨਾਲ ਅਗਲਾ ਚਾਰਜਿਸ ਮੰਗ ਲਏਗਾ। ਕਈ ਮੰਗ ਲਏਗਾ ਜਿੱਦਾਂ ਹੁਣ ਇਹ 'ਚ ਵੀ ਲਿਖਿਆ ਹੋਇਆ ਦੇਖੋ, ਫॉर ਐਡਵਾਂਸ 2% ਚਾਰਜਿਸ ਕੱਟਣਗੇ, ਜਾਂ $25 ਜਿਹੜਾ ਵੀ ਹਾਈਐਸਟ ਅਮਾਊਂਟ ਹੈ ਜਿਹੜਾ ਤੁਸੀਂ ਅੱਗੇ ਕਰਨਾ ਹੈ। ਹੂੰ, ਇੱਕ ਹੈ ਕੁਇਕ ਪੇ ਹੋ ਗਿਆ, ਇੱਕ ਹੈ ਸਟੈਂਡਰਡ ਪੇ ਹੋ ਗਿਆ। ਹੁਣ ਪੇਮੈਂਟ ਲੈਣ ਦੇ ਮੈਥਡ ਕੀ ਹੈ, ਇਹ ਤਾਂ ਹੋ ਗਿਆ ਤੁਸੀਂ ਪੇਮੈਂਟ ਕਿੰਨੀ ਜਲਦੀ ਲੈਣੀ ਹੈ, ਕਿੰਨੇ ਟਾਈਮ 'ਚ ਲੈਣੀ ਹੈ। ਹੂੰ, ਠੀਕ ਹੈ। ਜੋ ਵੀ ਇਹਦਾ ਕੁਇਕ ਪੇ ਲੋਗੇ 2% 3% ਜੋ ਵੀ ਬ੍ਰੋਕਰ ਕਹੇਗਾ ਫॉर द ਲੋਡ ਅਮਾਊਂਟ, ਟੋਟਲ ਲੋਡ ਅਮਾਊਂਟ। ਐਂਡ ਜੇ ਤੁਸੀਂ ਸਟੈਂਡਰਡ ਪੇ ਲੈਣੀ ਹੈ ਉਹਦੇ 'ਚ ਕੋਈ ਕੱਟ ਆਫ ਨਹੀਂ ਹੁੰਦਾ, ਪ੍ਰੋਪਰ ਤੁਹਾਨੂੰ ਉੱਦਾਂ ਹੀ ਮਿਲਣਗੇ ਜਿੰਨੇ ਪੈਸੇ ਤੁਹਾਡੇ ਸੀਗੇ। ਠੀਕ। ਠੀਕ ਹੈ। ਹੁਣ ਇਹ ਕਹਿੰਦੇ ਤੁਸੀਂ ਪੇਮੈਂਟ ਕਿੱਦਾਂ ਲੈਣੀ ਹੈ, ਪੇਮੈਂਟ ਲੈਣ ਦੇ ਵੀ ਮੈਥਡ ਹੈ। ਇੱਕ ਤਾਂ ਠੀਕ ਹੈ, ਇੱਕ ਹੈ ਬਾਈ ਚੈੱਕ। ਚੈੱਕ ਹੋਏਗਾ ਜਿੱਦਾਂ ਮੈਂ ਇੱਥੋਂ ਚੈੱਕ ਬਣਾਵਾਂਗਾ ਤੁਹਾਡੇ ਐਡਰੈਸ 'ਤੇ ਮੈਂ ਸੈਂਡ ਕਰਾਂਗਾ, ਉਹਨੂੰ ਕਹਿੰਦਾ ਚੈੱਕ ਬਾਈ ਚੈੱਕ। ਹੂੰ, ਇੱਕ ਹੁੰਦਾ ਬਾਈ ACH, ਅਕਾਊਂਟ ਚੈੱਕ ਰਿਸੀਵੇਬਲ, ਕਿ ਤੁਹਾਡੇ ਅਕਾਊਂਟ 'ਚ ਪੇਮੈਂਟ ਪਾ ਦਾਂਗਾ ਜਿੱਦਾਂ ਆਪਾਂ ਬੈਂਕ ਟੂ ਬੈਂਕ ਟ੍ਰਾਂਸਫਰ ਕਰਦੇ ਹਾਂ। ਹਾਂਜੀ। ਉਹ ਹੋ ਗਿਆ। ਇੱਕ ਹੋਏਗਾ ਤੁਸੀਂ ਮੈਨੂੰ ਪੇਮੈਂਟ ਕਰਨੀ ਹੈ, ਮੈਂ ਤੁਹਾਨੂੰ ਪੇਮੈਂਟ ਕਰਨੀ ਹੈ, ਚੈੱਕ ਬਣਾਵਾਂਗਾ ਤੁਹਾਨੂੰ ਕਹਾਂਗਾ ਐਡਰੈਸ ਦੇ ਦਿਓ ਮੈਂ ਪੋਸਟ ਕਰਨਾ, ਤੁਹਾਨੂੰ ਉੱਥੇ ਚੈੱਕ ਪੋਸਟ ਹੋਏਗਾ ਤੁਹਾਡੇ ਕੋਲ ਆਏਗਾ, ਤੁਸੀਂ ਪੋਸਟ ਤੋਂ ਚੈੱਕ ਲੈ ਕੇ ਬੈਂਕ ਜਾਓਗੇ ਕਢਾਓਗੇ, ਠੀਕ ਹੈ, ਆਪਣੇ ਅਕਾਊਂਟ 'ਚ ਲਗਾਓਗੇ, ਤੁਹਾਡੇ ਅਕਾਊਂਟ 'ਚ ਫਿਰ ਕਲੀਅਰੈਂਸ ਹੁੰਦੇ ਹਫਤਾ ਲੱਗ ਹੀ ਜਾਣਾ ਹੈ। ਹੂੰ, ਕਿਉਂਕਿ ਅੱਜ ਜਿੱਦਾਂ ਮੰਡੇ ਹੈ, ਲੈਟਸ ਸਪੋਜ਼ ਮੰਡੇ ਨੂੰ ਮੈਂ ਕੀਤਾ, ਤੁਹਾਡੇ ਕੋਲ ਇੱਥੇ ਚੈੱਕ ਭੇਜਿਆ, ਤੁਹਾਨੂੰ ਟਿਊਸਡੇ ਜਾਂ ਵੈਨਸਡੇ ਮਿਲਿਆ, ਤੁਸੀਂ ਆਪਣੇ ਬੈਂਕ ਗਏ ਹੋ, ਔਰ ਥਰਸਡੇ ਨੂੰ ਉਹ ਚੈੱਕ ਲਗਾਇਆ ਉਹਨਾਂ ਨੇ ਬੈਂਕ ਵਾਲਿਆਂ ਨੇ, ਔਰ ਫਰਾਈਡੇ ਨੂੰ ਜਾ ਕੇ ਜਾਂ ਸੈਟਰਡੇ ਨੂੰ ਜਾ ਕੇ ਤੁਹਾਡੇ ਖਾਤੇ 'ਚ ਪੇਮੈਂਟ ਆਣੀ ਹੈ। ਨਾਲੇ ਤੁਸੀਂ ਦਿਹਾੜੀ ਤੋੜ ਕੇ ਬੈਂਕ ਜਾਓਗੇ ਫਿਰ ਉਹਦੀ ਕਰੋਗੇ ਸਾਰਾ ਲੇਖਾ ਜੋਖਾ। ਇਸ ਤੋਂ ਚੰਗਾ ਬੰਦਾ ਕਹਿੰਦਾ ਅਕਾਊਂਟ 'ਚ ਹੀ ਪਾ ਦੇ ਭਰਾਵਾ ਤੂੰ। ਠੀਕ। ਕਾਰਡ ਸਿੱਧੇ ਆ ਗਏ। ਹਾਂ, ਅਕਾਊਂਟ 'ਚ ਪਾ ਕੇ ਅਗਲਾ ਤੁਹਾਨੂੰ ਸਾਨੂੰ ਈਮੇਲ ਕਰਦੇ ਭਰਾਵਾ ਕਿ ਬਾਈ ਤੂੰ ਅਕਾਊਂਟ 'ਚ ਪੇਮੈਂਟ ਪਾ ਦਿੱਤੀ ਹੈ, ਅਸੀਂ ਵੀ ਚੈੱਕ ਕਰ ਲਈਏ ਕਿ ਈਮੇਲ ਆ ਗਈ ਕਿ ਨਹੀਂ। ਠੀਕ। ਠੀਕ ਹੈ। ਇੱਕ ਜਿੱਦਾਂ ਕਈ ਬ੍ਰੋਕਰ ਕਹਿੰਦੇ ਆਈ ਵਿਲ ਜ਼ੈਲ ਯੂ ਗਾਈਸ। ਜ਼ੈਲ ਹੈਗਾ ਜਿੱਦਾਂ ਇੱਥੇ ਆਪਣਾ ਗੂਗਲ ਪੇ ਚੱਲਦਾ ਨਾ, ਹੂੰ, ਉੱਥੇ ਜ਼ੈਲ ਚੱਲਦਾ। ਠੀਕ। ਠੀਕ। ਜ਼ੈਲ ਕਹਿ ਲਓ, ਜ਼ੈਲੇ ਕਹਿੰਦੇ ਆ ਕਈ ਵਾਰੀ ਤਾਂ, ਜ਼ੈਲ ਇੱਕੋ ਹੀ ਹੂੰ, ਚੀਜ਼ ਹੈ। ਠੀਕ ਹੈ।
ਗੂਗਲ ਪੇ ਕਰ ਦੇਣਾ। ਹਾਂ, ਇੱਕ ਤਰ੍ਹਾਂ ਦਾ ਗੂਗਲ ਪੇ ਹੀ ਹੈ। ਠੀਕ ਹੈ। ਜੇ ਤਾਂ ਤੁਸੀਂ ਆਪ ਇਨਵੋਇਸ ਕਰਦੇ ਹੋ ਤਾਂ ਖੁਦ ਇਨਵੋਇਸ ਵੀ ਬਣਾਉਣੀ ਪੈਣੀ ਹੈ, ਜਿਹੜਾ ਆਪਾਂ ਉਹਨੇ ਕਰ ਲਾਂਗੇ ਕਿ ਇਨਵੋਇਸ ਕਿੱਦਾਂ ਬਣਾਉਣੀ ਹੈ। ਠੀਕ ਹੈ। ਠੀਕ ਹੈ, ਪਹਿਲਾਂ ਇਹਨੂੰ ਕੰਪਲੀਟ ਕਰ ਲਈਏ ਥੋੜਾ ਜਿਹਾ ਹੀ। ਠੀਕ ਹੈ, ਇਹਦੇ 'ਚ ਇਹੀ ਹੈ ਜੋ ਮੈਂ ਤੁਹਾਨੂੰ ਸਮਝਾਇਆ ਸੀ, ACH ਚੈੱਕ ਬਾਏ ACH ਕੁਇਕ ਪੇ। ਠੀਕ ਹੈ, ਹਾਂਜੀ। ਇੱਥੇ ਇਨਵੋਇਸ 'ਚ ਉਹੀ ਹੈ, ACH ਐਂਡ ਕੁਇਕ ਪੇ ਦਾ। ਇੱਕ 'ਚ ਉਹਨਾਂ ਨੇ ਆਪਣੀ ਈਮੇਲ ਦਿੱਤੀ ਹੋਈ ਹੈ, ਅਤੇ ਇੱਕ ਇਹਦੇ ਵਿੱਚ ਹੁੰਦਾ ਹੈ ਕੌਮਚੈਕ ਐਂਡ EFS ਕੋਡ। ਇੱਕ ਹੁੰਦਾ ਕੌਮਚੈਕ ਐਂਡ EFS। ਪੇਮੈਂਟ ਮੈਥਡ ਕਹਿ ਲਓ, ਜਾਂ ਕਈ ਵਾਰੀ ਜਿੱਦਾਂ ਸਾਨੂੰ ਨਾ ਲੰਪਰ ਫੀਸ ਪਤਾ ਨਹੀਂ ਕਿਆ ਹੈ। ਲੰਪਰ ਫੀਸ ਪਤਾ ਕਿਆ ਹੈ? ਨਹੀਂ। ਲੰਪਰ ਫੀਸ ਹੁੰਦੀ ਹੈ ਕਿ ਜਿੱਦਾਂ ਰਿਸੀਵਰ 'ਤੇ ਬੰਦਾ ਗਿਆ, ਠੀਕ ਹੈ, ਅਤੇ ਜਿਹਨੇ ਅਨਲੋਡ ਕੀਤਾ ਉੱਥੇ, ਰਿਸੀਵਰ ਨੇ ਕੰਪਨੀ ਰੱਖੀ ਹੁੰਦੀ ਹੈ ਜਿਹੜਾ ਅਨਲੋਡ ਕਰੇਗਾ, ਅਲੱਗ ਤੋਂ ਥਰਡ ਪਾਰਟੀ ਕੰਪਨੀ ਆਪਣੇ ਵੇਅਰ ਹਾਊਸ 'ਚ ਰੱਖੀ ਹੁੰਦੀ ਹੈ। ਠੀਕ ਹੈ, ਉਹਦਾ ਕੰਮ ਹੀ ਹੈ ਸਿਰਫ ਅਨਲੋਡਿੰਗ ਕਰਨਾ। ਠੀਕ ਹੈ, ਉਹ ਅਨਲੋਡਿੰਗ ਕਰਨਗੇ ਅਤੇ ਉਹ ਨਾ ਫੀਸ ਚਾਰਜ ਕਰਦੇ ਫॉर ਅਨਲੋਡਿੰਗ ਫੀਸ। ਰਿਸੀਵਰ ਨੇ ਅਨਲੋਡਿੰਗ ਵਾਲੇ ਬੰਦੇ ਨਹੀਂ ਰੱਖੇ, ਉਹਨੇ ਕੰਪਨੀ ਥਰਡ ਪਾਰਟੀ ਕੰਪਨੀ ਰੱਖੀ ਹੋਈ ਹੈ। ਉਹਨੂੰ ਕਹਿੰਦਾ ਤੁਸੀਂ ਅਨਲੋਡਿੰਗ ਕਰੋ, ਅਤੇ ਜੋ ਵੀ ਫੀਸ ਹੈਗੀ ਤੁਸੀਂ ਆਪਣੀ ਇਹਨਾਂ ਤੋਂ ਲਓ, ਟਰੱਕ ਵਾਲਿਆਂ ਤੋਂ ਖੁਦ। ਠੀਕ ਹੈ, ਹੁਣ ਟਰੱਕ ਵਾਲਾ ਥੋੜ੍ਹਾ ਖੁਦ ਪੱਲਿਓ ਪੇ ਕਰੇਗਾ, ਤਾਂ ਅਸੀਂ ਬ੍ਰੋਕਰ ਨੂੰ ਕਹਿੰਦੇ ਕਿ ਇਹਦੀ ਲੰਪਰ ਫੀਸ ਹੈ, ਇਹ ਕੌਣ ਪੇ ਕਰੇਗਾ। ਕਈ ਵਾਰੀ ਬ੍ਰੋਕਰ ਕਹਿੰਦਾ ਤੁਸੀਂ ਪੇ ਕਰ ਦਿਓ, ਮੈਂ ਤੁਹਾਨੂੰ ਅਪਡੇਟਿਡ ਰੇਟ ਕੌਣ ਭੇਜ ਦਾਂਗਾ। ਠੀਕ ਹੈ, ਕਈ ਵਾਰੀ ਅਗਲਾ ਕਹਿ ਦਿੰਦਾ ਕਿ ਮੈਂ ਤੁਹਾਨੂੰ EFS ਜਾਂ ਕੌਮਚੈਕ ਦੇਣਾ। EFS ਹੁੰਦਾ ਇਲੈਕਟ੍ਰੋਨਿਕ ਫੰਡ ਸਿਸਟਮ। ਉਹ ਤੁਹਾਨੂੰ ਨਾ 16 ਤੋਂ 17 ਡਿਜਿਟ ਦਾ ਕੋਡ ਬਣਾ ਕੇ ਦੇ ਦੇਗਾ। ਕੋਡ ਇਨ ਦਾ ਸੈਂਸ ਨੰਬਰ ਹੁੰਦੇ ਆ, ਉਹ ਬਣਾ ਕੇ ਦੇ ਦੇਗਾ। ਠੀਕ ਹੈ, ਉਹਦੇ 'ਚੋਂ ਫਿਰ ਕਹੇਗਾ ਤੁਸੀਂ ਇਹਦੇ ਥਰੂ ਉਹਨੂੰ ਦੇ ਦਿਓ, ਉਹ ਪੇ ਉਹਨਾਂ ਕੋਲ ਕ੍ਰੈਡਿਟ ਕਾਰਡ ਵਾਲੀ ਉਹ ਮਸ਼ੀਨ ਨਹੀਂ ਹੁੰਦੀ, ਜਿਹੜੀ ਕਾਰਡ ਵਾਲੀ ਮਸ਼ੀਨ ਹੁੰਦੀ ਹੈ, ਹਾਂਜੀ ਹਾਂਜੀ। ਉਸ 'ਚ ਉਹ ਨੰਬਰ ਪਾ ਦੇਗਾ ਅਤੇ ਉਹ ਉਹਦੇ ਖਾਤੇ 'ਚ ਪੇਮੈਂਟ ਆ ਜਾਏਗੀ, ਕਿਉਂਕਿ ਬ੍ਰੋਕਰ ਨੇ ਉੱਦਾਂ ਉਹਨੂੰ ਬਣਾਇਆ ਹੋਏਗਾ ਨਾ ਕੌਮਚੈਕ ਨੂੰ। ਇੱਦਾਂ ਲੰਪਰ ਫੀਸ ਦੀ ਰਿਸਿਪਟਾਂ। ਠੀਕ ਹੈ, ਇਹਦੇ ਸਾਰਾ ਮੈਂਸ਼ਨ ਹੋਏਗਾ। ਕੈਪਸਟਨ ਲੌਜਿਸਟਿਕ ਕੰਪਨੀ ਹੈ ਜਿਹਨੇ ਅਨਲੋਡ ਕੀਤਾ ਟਰੱਕ ਨੂੰ। ਠੀਕ ਹੈ, ਉਹਨੇ $143 ਦੀ ਪੇਮੈਂਟ ਲਿੱਤੀ ਹੈ। ਠੀਕ ਹੈ, ਸਾਡਾ ਟ੍ਰੇਲਰ ਨੰਬਰ ਆਏਗਾ। ਠੀਕ ਹੈ, ਕਿਨੇ ਕਿੱਥੇ ਅਨਲੋਡਿੰਗ ਕੀਤੀ ਹੈ, ਇਹ ਬ੍ਰੋਕਰ ਦਾ ਨਾਮ ਆ ਗਿਆ, ਸਾਰਾ ਕੁਛ ਮੈਂਸ਼ਨ ਹੋਏਗਾ। ਠੀਕ ਹੈ, ਹੁਣ ਮੈਂ ਇਹਦਾ ਐਵਰੀਥਿੰਗ ਮੈਂਸ਼ਨ ਕਰਕੇ ਦੇਣਗੇ। ਮਤਲਬ ਕਿ ਇੱਦਾਂ ਕਈ ਵਾਰ ਤੁਸੀਂ ਕਹੋ ਨਾ ਕਿ ਅਸੀਂ ਇੱਦਾਂ ਹੀ ਬ੍ਰੋਕਰ ਤੋਂ ਪੈਸੇ ਝਾੜ ਲਾਂਗੇ, ਉਹ ਕੋਈ ਸਿਸਟਮ ਨਹੀਂ ਹੈਗਾ। ਫੋਟੋ ਵੀ ਕਾਲ ਦੇ ਸਭ ਕੁਛ ਦੇਖੋ, ਇਹ ਦੇਖੋ, ਇਹਨੇ ਕਿ 10-4 ਦਾ ਮਤਲਬ ਹੈ ਓਕੇ, ਪਲੀਜ਼ ਲੈਟ ਮੀ ਨੋ ਦ ਲੰਪਰ ਅਮਾਊਂਟ ਐਂਡ ਆਈ ਵਿਲ ਸੈਂਡ ਯੂ ਕੌਮਚੈਕ। ਮੈਨੂੰ ਇਹਨੇ ਮੈਨੂੰ ਕੌਮਚੈਕ ਕਰ ਲਿਆ, ਇਹ ਹੁੰਦਾ ਇੱਦਾਂ, ਕੌਮਚੈਕ ਦਾ ਕੋਡ ਆਉਂਦਾ। EFS ਦੀ ਫੁੱਲ ਫਾਰਮ ਹੈ ਇਲੈਕਟ੍ਰੋਨਿਕ ਫੰਡ ਸਿਸਟਮ। ਕੌਮਚੈਕ ਦੀ ਕੋਈ ਫੁੱਲ ਫਾਰਮ ਨਹੀਂ ਹੈ, ਅਤੇ ਇਹਦਾ EFS ਐਂਡ ਕੌਮਚੈਕ ਦਾ ਇੱਦਾਂ ਕੋਡ ਆਏਗਾ ਨੰਬਰ ਸੀ। ਠੀਕ ਹੈ,
ਠੀਕ। ਹੁਣ ਆਪਣਾ ਇੱਥੋਂ ਕਰਨਾ ਹੈ, ਬਸ ਆਪਣੇ ਆ ਪੁਆਇੰਟਸ ਰਹਿ ਗਏ, ਫਿਰ ਇਨਵਾਇਸ ਕਰੀ। ਪੜ੍ਹੋ ਇਹਨੂੰ ਪੁਆਇੰਟਸ ਨੂੰ। देयर विल बी ਇੱਕ ਮਿੰਟ। There will be a charge for all advance settlements as follows. Fee for an advance is 2% of the due carrier amount or $25, whichever amount is higher. Fee for an advance settlement upon delivery is 2% of the settlement amount or $25, whichever is higher. There is no fee for normal payments. ਜਿੱਦਾਂ ਕਿ ਤੁਸੀਂ ਕਈ ਵਾਰੀ ਐਡਵਾਂਸ ਲੈਂਦੇ ਹੋ, ਕਈ ਵਾਰੀ ਅਸੀਂ ਬ੍ਰੋਕਰ ਨੂੰ ਕਹਿੰਦੇ ਅਸੀਂ ਲੋਡ ਚੱਕ ਲਿਆ, ਸਾਨੂੰ ਫਿਊਲ ਐਡਵਾਂਸ ਚਾਹੀਦਾ, ਮਤਲਬ ਕਿ ਸਾਡੇ ਕੋਲ ਨਾ ਥੋੜ੍ਹੀ ਜਿਹੀ ਅਮਾਊਂਟ ਦੀ ਦਿੱਕਤ ਹੈ, ਸਾਨੂੰ ਫਿਊਲ ਐਡਵਾਂਸ ਦੇ ਦੇ। ਫਿਊਲ ਐਡਵਾਂਸ ਦੇਗਾ ਤਾਂ ਉਦੋਂ ਕਹਿੰਦਾ ਮੈਂ 2% ਚਾਰਜਿਸ ਕਰ ਲਾਂਗਾ। ਐਂਡ ਫਿਊਲ ਐਡਵਾਂਸ ਨਾ ਲੋਡ ਦਾ ਉਹ 60% ਤੱਕ ਦੇ ਸਕਦਾ ਲੋਡ ਦੀ ਅਮਾਊਂਟ। ਬਟ ਉਹ 'ਚ ਕੰਡੀਸ਼ਨ ਇਹ ਹੁੰਦੀ ਹੈ, ਤੁਸੀਂ ਲੋਡ ਚੱਕਿਆ ਹੋਵੇ, ਬ੍ਰੋਕਰ ਨੂੰ BOL ਭੇਜੀ ਹੋਵੇ ਐਂਡ 100 ਮਾਈਲਸ ਸ਼ਿਪਰ ਤੋਂ ਦੂਰ ਹੋ, ਤਾਂ ਤੁਹਾਨੂੰ ਉਹ ਐਡਵਾਂਸ ਦੇ ਦੇਗਾ। ਫਿਊਲ ਐਡਵਾਂਸ ਚਾਹੀਦਾ, ਫਿਊਲ ਐਡਵਾਂਸ ਕਹਿ ਕੇ ਤੁਸੀਂ ਐਡਵਾਂਸ ਲੈ ਸਕਦੇ ਹੋ। ਬਟ ਉਹਦੇ 2% ਜਾਂ $25 ਜਿਹੜੀ ਵੀ ਅਮਾਊਂਟ ਹਾਈਐਸਟ ਹੈ ਉਹ ਡਿਡਕਟ ਕਰ ਲਏਗਾ। ਓਕੇ। Any accessorial charges must be approved in advance by broker and must be supported by an invoice or signed receipt of funds. ਹੁਣ ਇਹ ਲੰਪਰ ਫੀਸ ਵਗੈਰਾ ਕੁਛ ਹੋਈ ਤੇ ਬ੍ਰੋਕਰ ਨੂੰ ਪਹਿਲਾਂ ਅਪਰੂਵ ਕਰਨੀ ਹੈ ਤੇ ਉਹਦੀ ਰਿਸਿਪਟ ਵਗੈਰਾ ਦੇਣੀ ਹੈ। ਠੀਕ ਹੈ। ਕੋਈ ਲੇ ਓਵਰ ਡਿਟੈਂਸ਼ਨ ਹੈ ਉਹਦੀ ਰਿਸਿਪਟ ਨਹੀਂ ਹੁੰਦੀ, ਉਹਦਾ ਬ੍ਰੋਕਰ ਅਪਡੇਟਡ ਰੇਟ ਕੌਣ ਨਹੀਂ ਭੇਜੇਗਾ ਐਂਡ ਉਹਦੇ 'ਚ ਸਾਰਾ ਕੁਛ ਮੈਂਸ਼ਨ ਹੋਏਗਾ ਈਮੇਲ 'ਚ ਕਿ ਇੰਨੀ ਲੇ ਓਵਰ ਦਿੱਤੀ, ਇੰਨੀ ਉਹ ਦਿੱਤੀ ਹੈ, ਡਿਟੈਂਸ਼ਨ ਦਿੱਤੀ ਹੈ। Final payment cannot be made without a signed copy of the bill of lading and signed copy of the rate confirmation. ਤਾਂ ਪਤਾ ਹੀ ਹੈ POD ਨਹੀਂ ਹੋਏਗੀ, ਬਿਲ ਆਫ ਲੈਂਡਿੰਗ ਨੂੰ POD ਕਹਾਂਗਾ। ਜੇ ਉਹ ਨਹੀਂ ਹੋਏਗੀ ਐਂਡ ਰੇਟ ਕਨਫਰਮੇਸ਼ਨ ਸਾਈਨ ਨਹੀਂ ਹੋਏਗਾ ਤਾਂ ਪੇਮੈਂਟ ਨਹੀਂ ਹੋਏਗੀ ਤੁਹਾਨੂੰ। To facilitate payment, please include a copy of the signed rate confirmation with your invoice. ਇਨਵੋਇਸ ਦੇ ਨਾਲ ਰੇਟ ਕਨਫਰਮੇਸ਼ਨ ਭੇਜਣਾ। Carrier represents and agrees that only tractors and trailers covered by the value existing insurance for both liability and cargo risk will be utilized to transport this load. ਕੈਰੀਅਰ ਇਹ ਚੀਜ਼ ਨੂੰ ਐਗਰੀ ਕਰ ਰਿਹਾ, ਜਿਹੜਾ ਕੈਰੀਅਰ ਰੈਪਰਜੈਂਟੇਟਿਵ ਬਲਕਿ ਡਿਸਪੈਚਰ, ਉਹ ਐਗਰੀ ਕਰ ਰਿਹਾ ਮੈਂ ਉਹੀ ਟਰੱਕ ਐਂਡ ਟ੍ਰੇਲਰ ਭੇਜਾਂਗਾ ਜਿਹੜੀ ਮੇਰੀ ਇੰਸ਼ੋਰੈਂਸ ਵਿੱਚ ਹੈ। ਅਤੇ ਇੰਸ਼ੋਰੈਂਸ ਦੋਨੋਂ ਜਨਰਲ ਲਾਇਬਿਲਿਟੀ ਐਂਡ ਕਾਰਗੋ ਰਿਸਕ 'ਚ ਹੈਗਾ, ਆਟੋ ਲਾਇਬਿਲਿਟੀ ਐਂਡ ਕਾਰਗੋ ਰਿਸਕ 'ਚ ਹੈਗਾ, ਤਾਂ ਕਿ ਜੇ ਹੋਰ ਕੋਈ ਭੇਜਤਾ ਅਤੇ ਐਕਸੀਡੈਂਟ ਵਗੈਰਾ ਹੋ ਗਿਆ ਜਾਂ ਕੋਈ ਇਸ਼ੂ ਹੋ ਗਿਆ ਤਾਂ ਕਲੇਮ ਨਹੀਂ ਮਿਲੇਗਾ ਬਰੋਕਰ ਨੂੰ। Carrier shall not cause or permit any shipment tendered hereunder to be brokered to transported by any other motor carrier or in substituted service by railroad or by other modes of transportation. ਕੈਰੀਅਰ ਬਾਈ ਜਿੱਦਾਂ ਮੈਂ ਲੋਡ ਬੁੱਕ ਕੀਤਾ ਹੈ ਆਪਣੀ MC 'ਤੇ, ਮੈਂ ਆਪਣੀ MC 'ਤੇ ਹੀ ਲੋਡ ਚੱਕ ਸਕਦਾ। ਠੀਕ ਹੈ, ਇਹ ਨਹੀਂ ਕਿ ਮੈਂ ਆਪਣੀ MC 'ਤੇ ਲੋਡ ਬੁੱਕ ਕੀਤਾ ਤੁਹਾਨੂੰ ਭੇਜਤਾ ਕਿ ਤੁਸੀਂ ਚੁੱਕ ਲਓ, ਜਾਂ ਇੱਦਾਂ ਨਹੀਂ ਕਰਨਾ। ਇੱਥੋਂ ਮੈਂ ਲੋਡ ਚੁੱਕ ਲਿਆ ਆਪਣਾ ਟਰੱਕ 'ਤੇ, ਠੀਕ ਹੈ, ਉੱਥੇ ਮੈਂ ਇੰਟਰਮੋਡਲ ਟ੍ਰੇਲਰ ਪਤਾ ਹੀ ਹੈ ਨਾ, ਕਿਹੜਾ? ਇੰਟਰਮੋਡਲ ਟ੍ਰੇਲਰ ਜਿਹੜਾ ਕੰਟੇਨਰ ਬਣ ਜਾਂਦਾ ਸੀ ਡਰਾਈਵ। ਠੀਕ ਹੈ, ਕਿ ਮੈਂ ਇੱਦਾਂ ਜਿੱਦਾਂ ਕਈ ਸਾਡੀ ਕੰਪਨੀ ਪੰਜਾਬੀ ਇਹੀ ਕਰਦੀ ਹੈ, ਇੰਟਰਮੋਡਲ ਟ੍ਰੇਲਰ ਯੂਜ਼ ਕਰਦੀ ਹੈ। ਇੰਟਰਮੋਡਲ ਟ੍ਰੇਲਰ 'ਚ ਲੋਡ ਕਰਾ ਲਿਆ, ਠੀਕ ਹੈ, ਉਸ ਤੋਂ ਬਾਅਦ ਉਹਨੂੰ ਚੱਕ ਕੇ ਰੇਲਵੇ ਲਾਈਨਸ 'ਤੇ ਭੇਜਤਾ ਕਿ ਰੇਲ ਦੇ ਥਰੂ ਚੱਲ ਜਾਏਗਾ। ਉਹਦੇ 'ਚ ਕੀ ਹੋਏਗਾ, ਨਾ ਸਾਨੂੰ ਡਰਾਈਵਰ ਨੂੰ ਪੇ ਕਰਨਾ ਪੈਣਾ, ਨਾ ਸਾਡਾ ਫਿਊਲ ਲੱਗਣਾ ਹੈ। ਫਿਊਲ ਆਉਂਦਾ ਨਾ 2900 3000 ਦਾ, ਡਰਾਈਵਰ ਦੀ ਪੇ ਵੀ ਆਉਂਦੀ $1500 ਆਉਂਦੀ ਹੈ, ਉਹ ਨਹੀਂ ਲੱਗੇਗੀ ਉਹਦੇ 'ਚ ਰੇਲਵੇ 'ਚ। ਬਲਕਿ ਜੇ 4500 ਰੁਪਏ ਖਰਚਾ ਹੈ ਡਰਾਈਵਰ ਦੀ ਫੀ ਐਂਡ ਤੇਲ ਹੈ ਤਾਂ ਉੱਥੇ 1000 2000 ਲੱਗੇਗਾ, 1000 2000 ਬਚ ਜਾਏਗਾ। ਠੀਕ ਹੈ, ਕੈਰੀ ਉਹ ਚੀਜ਼ ਨਹੀਂ ਕਰ ਸਕਦਾ, ਮਨਾ ਕਰ ਰਿਹਾ ਕਿ ਤੁਸੀਂ ਔਨ ਦਾ ਰੋਡ ਲਈ ਮਤਲਬ ਕਿ ਟਰੱਕ ਲਈ ਲੋਡ ਬੁੱਕ ਕੀਤਾ, ਟਰੱਕ ਹੀ ਲੈ ਕੇ ਜਾਏ।
Directions supplied by the airline company or its customers either orally and or written form are for informational purposes only. It is the carrier's sole responsibility to confirm that it may lawfully operate a loaded vehicle of any weight, commodity, or dimension over any highway, bridge, or route. ਮਤਲਬ ਕਿ ਹੁਣ ਇਹਦੇ 'ਚ ਪੁਆਇੰਟ ਇਹ ਹੈਗਾ ਕਿ ਜਿੱਦਾਂ ਤੁਹਾਨੂੰ ਗਾਈਡ ਕਰਤਾ ਕਿ ਇੱਥੋਂ ਨਿਕਲਣਾ ਹੈ, ਐਂਡ ਤੁਸੀਂ ਉਹਦੇ ਬ੍ਰੋਕਰ ਐਂਡ ਕਸਟਮਰ ਨੇ ਉਹਦੇ ਗਾਈਡ ਕਰਤਾ ਕਿ ਇੱਥੋਂ ਨਿਕਲਣਾ ਹੈ, ਕੈਰੀਅਰ ਵੀ ਨਿਕਲ ਰਿਹਾ ਪਰ ਅੱਗੇ ਬ੍ਰਿਜ ਆ ਗਿਆ, ਕੁਛ ਆ ਗਿਆ ਕਿ ਡਾਇਰੈਕਸ਼ਨ ਠੀਕ ਨਹੀਂ ਸੀਗੀ ਕਿ ਇੱਥੋਂ ਨਿਕਲ ਹੀ ਨਹੀਂ ਸਕਦਾ ਟਰੱਕ ਨਾਲ, ਉਹ ਫਿਰ ਕੈਰੀਅਰ ਆਪਣੇ ਐਂਡ 'ਤੇ ਦੱਸੇਗਾ ਕਿ ਬਈ ਮੈਂ ਇੱਥੋਂ ਨਿਕਲ ਨਹੀਂ ਸਕਦਾ, ਮੈਂ ਤੁਹਾਡੀ ਇੰਸਟਰਕਸ਼ਨ ਨਹੀਂ ਫੋਲੋ ਕਰ ਰਿਹਾ। ਠੀਕ ਹੈ, ਹੁਣ ਵੇਟ ਦਾ ਵੀ ਤੁਹਾਨੂੰ ਦੱਸਿਆ ਸੀ ਨਾ ਕਿੰਨਾ ਵੇਟ ਹੁੰਦਾ। ਹਾਂਜੀ। ਠੀਕ ਹੈ, ਬ੍ਰੋਕਰ ਕਹਿ ਰਿਹਾ ਨਹੀਂ ਕੋਈ ਨਹੀਂ, ਕੋਈ ਓਵਰਵੇਟ ਚੱਕ ਲਓ, ਕਿ ਉਹਦਾ ਬ੍ਰੋਕਰ ਦਾ ਕਸਟਮਰ ਵੀ ਕਹਿ ਰਿਹਾ, ਪਰ ਕੈਰੀਅਰ ਨੂੰ ਖੁਦ ਕਰਨਾ ਪੈਣਾ ਨਾ ਕਿ ਭਾਈ ਮੈਂ ਇੰਨਾ ਵੇਟ ਚੱਕ ਹੀ ਨਹੀਂ ਸਕਦਾ, 45 ਤੋਂ ਉੱਪਰ ਚੱਕ ਹੀ ਨਹੀਂ ਸਕਦਾ। Carrier is responsible for supplying equipment that is compliant with regulations of the California Air Resources Board. If operating in the state of California, carrier will indemnify airline company for any fine assessed for the carrier's failure to comply with the regulations. ਜੇ ਤੁਸੀਂ ਕੈਲੀਫੋਰਨੀਆ ਜਾ ਰਹੇ ਹੋ ਤੁਹਾਡੇ ਕੋਲ ਪਰਮਿਟ ਨਹੀਂ ਹੈਗਾ, ਫਿਰ ਕੈਲੀਫੋਰਨੀਆ ਦਾ ਲੋਡ ਨਾ ਬੁੱਕ ਕਰੋ ਐਲਐਨ ਕੰਪਨੀ ਨੂੰ। ਐਲਐਨ ਕੰਪਨੀ ਸਾਫ ਦੱਸ ਦਿਓ ਯੂ ਡੋਂਟ ਹੈਵ ਦਾ ਪਰਮਿਟ ਆਫ ਕੈਲੀਫੋਰਨੀਆ, ਤੁਸੀਂ ਕੈਲੀਫੋਰਨੀਆ ਨਹੀਂ ਜਾ ਸਕਦੇ। Carrier agrees that it will not double broker the load or charge the specified mode of transportation if this agreement is breached and another carrier's MC or name is on the tractor trailer or billing of lading, or if other facts convincingly show that another carrier transported the load, ALC will exercise its contractual right to pay the delivering carrier directly. Additionally, ALC reserves the right to charge the booking carrier up to $5,000 for the time and resources ALC must spend in investigating the carrier delivery or mode of transportation issue. Any exceptions to this agreement must be writing signed by parties at the time the load is booked. ਇਹਦਾ ਪੁਆਇੰਟ ਦਾ ਮਤਲਬ ਸਮਝ ਆਇਆ? थोड़ा बहुत। ਪਹਿਲੀ ਗੱਲ ਤਾਂ ਦੇਖੋ ਕੈਰੀਅਰ ਮਤਲਬ ਕਿ ਜੋ ਅਸੀਂ ਹਾਂ, ਠੀਕ ਹੈ, ਅਸੀਂ ਐਗਰੀ ਕਰ ਰਹੇ ਹਾਂ, ਅਸੀਂ ਇਹ ਲੋਡ ਨੂੰ ਡਬਲ ਬ੍ਰੋਕਰੇਜ ਨਹੀਂ ਕਰਾਂਗੇ। ਡਬਲ ਬ੍ਰੋਕਰੇਜ ਦਾ ਮਤਲਬ ਪਤਾ ਹੈ? मतलब ਡਬਲ ਬ੍ਰੋਕਰੇਜ ਇੱਦਾਂ ਹੁੰਦੀ ਹੈ ਜਿੱਦਾਂ ਤੁਸੀਂ ਮੇਰੇ ਫਰੈਂਡ ਹੋ, ਤੁਹਾਡੀ ਵੀ ਟਰੱਕਿੰਗ ਕੰਪਨੀ ਮੇਰੀ ਵੀ ਟਰੱਕਿੰਗ ਕੰਪਨੀ, ਐਲਐਨ ਕੰਪਨੀ ਹੈ ਉਹ ਬ੍ਰੋਕਰ ਹੈ, ਪਤਾ ਹੈ? ਠੀਕ ਹੈ, ਐਲਐਨ ਕੰਪਨੀ ਨਾਲ ਮੈਂ ਕੰਮ ਨਹੀਂ ਕਰ ਪਾ ਰਿਹਾ, ਉਹਨਾਂ ਨੇ ਮੈਨੂੰ ਅਕਾਊਂਟ ਬਲੌਕ ਕੀਤਾ ਹੈ, ਕੁਛ ਵੀ ਕੀਤਾ ਹੈ। ਠੀਕ ਹੈ, ਤੁਸੀਂ ਮੇਰੇ ਫਰੈਂਡ ਹੋ, ਤੁਸੀਂ ਐਲਐਨ ਕੰਪਨੀ ਨਾਲ ਡੇਲੀ ਕੰਮ ਕਰਦੇ, ਡੇਲੀ ਤੁਹਾਡਾ ਕੰਟੈਕਟ ਹੋਣਾ ਵਧੀਆ, ਮੈਂ ਤੁਹਾਨੂੰ ਕਹਤਾ ਯਾਰ ਇਹ ਵਾਲਾ ਲੋਡ ਬੁੱਕ ਕਰਕੇ ਦੇ ਦੇ ਆਪਣੀ ਕੰਪਨੀ 'ਚ ਮੈਨੂੰ, ਠੀਕ ਹੈ, ਅਤੇ ਤੁਸੀਂ ਕਿਹਾ ਚੱਲ ਠੀਕ ਹੈ ਮੈਂ ਕਰ ਦੂੰ। ਤੁਸੀਂ ਐਲਐਨ ਕੰਪਨੀ ਨਾਲ ਲੋਡ ਬੁੱਕ ਕਰ ਲਿਆ 2600 ਦਾ, ਲੈਟਸ ਸਪੋਜ਼, ਐਂਡ 2600 ਦਾ ਮੈਨੂੰ ਦੇ ਦਿੱਤਾ, ਠੀਕ ਹੈ, ਬਟ ਬ੍ਰੋਕਰ ਦੇ ਦਿਮਾਗ 'ਚ ਆਉਂਦਾ ਤੁਸੀਂ ਡਬਲ ਬ੍ਰੋਕਰੇਜ ਕੀਤੀ, ਮਤਲਬ ਕਿ ਆਪਣੀ ਕੰਪਨੀ 'ਚ ਲੋਡ ਚੱਕ ਕੇ ਤੁਸੀਂ ਥਰਡ ਪਾਰਟੀ ਕੰਪਨੀ ਨੂੰ ਵੇਚਿਆ ਕਿ ਤੁਸੀਂ ਐਲਐਨ ਕੰਪਨੀ ਤੋਂ ਲਿੱਤਾ 2600 ਦਾ ਲੋਡ ਐਂਡ ਮੈਨੂੰ ਸੈਂਡ ਕਰ ਰਹੇ ਹੋ ਉਹੀ ਲੋਡ ਅਰਾਊਂਡ 2200-2300 ਦਾ, ਕਿ ਪ੍ਰੋਫਿਟ ਰੱਖ ਕੇ ਤੁਸੀਂ ਇੱਦਾਂ ਕਰ ਰਹੇ ਹੋ। ਉਹਨਾਂ ਨੂੰ ਇੱਦਾਂ ਲੱਗਦਾ ਡਬਲ ਬ੍ਰੋਕਰੇਜ ਇੱਦਾਂ ਹੁੰਦੀ ਹੈ ਕਿ ਆਪਣਾ ਅਸੀਂ ਲੋਡ ਬੁੱਕ ਕਰ ਲਿਆ, ਅਸੀਂ ਅੱਗੇ ਕਿਸੇ ਹੋਰ ਕੈਰੀਅਰ ਨੂੰ ਦੇ ਰਹੇ ਹਾਂ ਆਪਣਾ ਮਾਰਜਨ ਰੱਖ ਕੇ, ਦਿਸ ਇਜ਼ ਕਾਲਡ ਡਬਲ ਬ੍ਰੋਕਰੇਜ। ਲੋਡ ਸਾਡੀ ਕੰਪਨੀ 'ਚ ਬੁੱਕ ਹੈ ਪਰ ਚੱਕੇਗਾ ਕੋਈ ਹੋਰ ਕੰਪਨੀ ਵਾਲਾ, ਅਤੇ ਅਸੀਂ ਆਪਣਾ ਮਾਰਜਨ ਆਲਰੇਡੀ ਰੱਖਿਆ ਹੋਇਆ। ਠੀਕ ਹੈ, ਹੁਣ ਇਹ ਪੁਆਇੰਟ ਕਹਿੰਦਾ ਕਿ ਤੁਸੀਂ ਇਹ ਚੀਜ਼ ਨਹੀਂ ਕਰ ਸਕਦੇ। ਠੀਕ ਹੈ, ਐਂਡ ਆਪਣਾ ਮੋਡ ਵੀ ਨਹੀਂ ਚੇਂਜ ਕਰ ਸਕਦੇ ਜੋ ਅਸੀਂ ਉੱਪਰ ਪੜ੍ਹਿਆ ਕਿ ਭਾਈ ਤੁਹਾਨੂੰ ਅਸੀਂ ਕਿਹਾ ਉਹ ਵਾਲਾ ਕੀ ਕਹਿੰਦੇ ਆ, ਉਹ ਹੀ ਸਿੰਪਲ ਕਿਹਾ ਸੀ ਰਿਗਾਰਡਿੰਗ ਕਿ ਤੁਸੀਂ ਟਰੱਕ 'ਚ ਹੀ ਲੋਡ ਲੈ ਕੇ ਜਾਣਾ, ਟਰੱਕ 'ਚ ਹੀ ਲੈ ਕੇ ਜਾਣਾ, ਐਨ ਵੀ ਰੇਲਵੇ ਲਾਈਨਸ 'ਤੇ ਭੇਜ ਰਹੇ ਹੋ, ਪੋਰਟ ਤੋਂ ਸ਼ਿਪ 'ਚ ਭੇਜ ਰਹੇ ਹੋ, ਉਹ ਚੀਜ਼ ਨਹੀਂ ਕਰਨੀ। ਠੀਕ ਹੈ, ਜੇ ਤੁਸੀਂ ਇਹ ਐਗਰੀਮੈਂਟ ਨੂੰ ਬਲੀਚ ਕਰਦੇ ਹੋ ਮਤਲਬ ਕਿ ਤੋੜਦੇ ਹੋ, ਐਂਡ ਜਿਹੜੀ ਬਿੱਲ ਆਫ ਲੈਂਡਿੰਗ ਹੈ ਉਹ 'ਤੇ ਕਿਸੇ ਹੋਰ ਕੈਰੀਅਰ ਕੰਪਨੀ ਦੀ MC ਨੰਬਰ ਮਿਲਦੀ ਹੈ, ਟਰੈਕਟਰ ਮਿਲਦਾ ਹੈ, ਟ੍ਰੇਲਰ ਮਿਲਦਾ ਹੈ, ਠੀਕ ਹੈ, ਨਾਮ ਮਿਲਦਾ ਹੈ, ਫਿਰ ਐਲਐਨ ਕੰਪਨੀ ਕੋਲ ਰਾਈਟ ਹੈਗਾ ਕਿ ਉਹ ਕੌਂਟਰੈਕਟ ਬ੍ਰੀਚ ਕਰ ਦੇਣਗੇ, ਕੰਟਰੈਕਟ ਤੋੜ ਦੇਣਗੇ। ਠੀਕ ਹੈ, ਐਂਡ ਜਿਹੜੇ ਕੰਪਨੀ ਨੇ ਜਿੱਦਾਂ ਤੁਹਾਨੂੰ ਜਿੱਦਾਂ ਮੇਰਾ ਕੰਪਨੀ ਦਾ ਨਾਮ ਆ ਗਿਆ ਨਾ
BOL ਤੇ BOL ਵਾਲੀ ਕੰਪਨੀ ਲਿੱਦਾ ਮੇਰੀ ਕੰਪਨੀ ਨੂੰ ਸਿੱਧਾ ਡਾਇਰੈਕਟ ਪੇ ਕਰ ਦੇਣਗੇ ਐਂਡ ਮੇਰੇ ਨਾਲ ਸਿੱਧਾ ਕੰਮ ਕਰਨ ਲੱਗ ਜਾਣਗੇ, ਕਿਉਂਕਿ ਉਹਨਾਂ ਨੂੰ ਆਪਣਾ ਇੱਕ ਤਾਂ ਲੋਡ ਸਿਕਿਉਰ ਰੱਖਣਾ ਹੈ। ਕਿਉਂਕਿ ਇਸ ਸਿਨੈਰੀਓ 'ਚ ਕੀ ਹੋਏਗਾ, ਜਦ ਜੇ ਬਾਈ ਚਾਂਸ ਐਕਸੀਡੈਂਟ ਹੋ ਗਿਆ, ਮੇਰੀ ਇੰਸ਼ੋਰੈਂਸ ਕਹੇਗੀ ਭਾਈ ਲੋਡ ਸਾਡੇ ਅਸੀਂ ਲੋਡ ਚੱਕਿਆ ਮੰਨਦੇ ਹਾਂ, ਬਟ ਸਾਡੇ ਨਾਮ 'ਤੇ ਲੋਡ ਬੁੱਕ ਹੀ ਨਹੀਂ ਹੈ ਰੇਟ ਕਨਫਰਮੇਸ਼ਨ, ਠੀਕ ਹੈ। ਉੱਥੇ ਸਾਡੀ ਇੰਸ਼ੋਰੈਂਸ ਹੱਥ ਖੜੇ ਕਰਦੇ ਕਿ ਅਸੀਂ ਨਹੀਂ ਪੇ ਕਰਦੇ ਲੋਡ ਦਾ, ਅਸੀਂ ਟਰੱਕ ਟ੍ਰੇਲਰ ਦਾ ਜ਼ਰੂਰ ਠੀਕ ਕਰਾਵਾਂਗੇ ਪਰ ਅਸੀਂ ਲੋਡ ਦਾ ਨਹੀਂ ਕਰਦੇ, ਕਿਉਂਕਿ ਲੋਡ ਸਾਡੀ ਕੰਪਨੀ ਦੇ ਨਾਮ 'ਤੇ ਨਹੀਂ ਹੈ, ਠੀਕ ਹੈ। ਤੁਹਾਡੀ ਕੰਪਨੀ, ਤੁਹਾਡੀ ਇੰਸ਼ੋਰੈਂਸ ਕੰਪਨੀ ਕੀ ਕਹੇਗੀ, ਉਹ ਕਹੇਗੀ ਯਾਰ ਇਹ ਲੋਡ ਤਾਂ ਸਾਡੇ ਨਾਮ 'ਤੇ ਬੁੱਕ ਹੈ, ਬਟ ਜਿਹੜਾ ਟਰੱਕ ਟ੍ਰੇਲਰ 'ਚ ਗਿਆ ਉਹ ਸਾਡੀ ਕੰਪਨੀ ਤਾਂ ਹੀ ਨਹੀਂ ਹੈਗਾ, ਅਸੀਂ ਨਹੀਂ ਕਲੇਮ ਦਿੰਦੇ, ਕੀ ਪਤਾ ਲੋਡ ਚੋਰੀ ਹੋ ਗਿਆ ਹੋਵੇ, ਕੀ ਪਤਾ ਕਿਸੇ ਹੋਰ ਨੇ ਚੱਕ ਲਿਆ ਹੋਵੇ। ਇਸ ਕਰਕੇ ਬ੍ਰੋਕਰ ਕਹਿ ਰਿਹਾ ਕਿ ਭਾਈ ਫਿਰ ਮੈਂ ਡਾਇਰੈਕਟ ਉਹੀ ਜਿਹੜਾ ਲੋਡ ਚੱਕ ਕੇ ਲੈ ਕੇ ਜਾ ਰਿਹਾ ਉਹਨਾਂ ਨਾਲ ਡੀਲ ਕਰ ਲਾਂਗਾ, ਠੀਕ ਹੈ। ਐਂਡ ਜਿਹਦੇ ਨਾਲ ਮੈਂ ਲੋਡ ਬੁੱਕ ਕੀਤਾ ਉਹਨੂੰ ਮੈਂ ਅਪ ਟੂ $5000 ਦਾ ਫਾਈਨ ਲਗਾ ਸਕਦਾ ਕਿ ਮੈਂ ਨਾ ਉਹਦੇ ਨਾਲ ਕੰਮ ਮਤਲਬ ਕਿ ਇੰਨਾ ਉਹ ਕੀਤਾ, ਟਾਈਮ ਵੇਸਟ ਕੀਤਾ, ਆਪਣਾ ਟਾਈਮ ਸਪੈਂਡ ਕੀਤਾ, ਆਪਣੇ ਰਿਸੋਰਸਿਸ ਸਪੈਂਡ ਕੀਤੇ, ਠੀਕ ਹੈ। ਅਤੇ ਇਸ ਕਰਕੇ ਮੈਂ ਫਿਰ ਕੌਂਟਰੈਕਟ ਵਿੱਚ ਕਰਕੇ ਉਸ ਬੰਦੇ 'ਤੇ ਫਾਈਨ ਲਗਾ ਦਾਂਗਾ ਜਿੰਨਾ ਮੈਂ ਲੋਡ ਬੁੱਕ ਕੀਤਾ, ਐਂਡ ਜਿਹੜਾ ਲੈ ਕੇ ਜਾ ਰਿਹਾ ਉਹਨੂੰ ਮੈਂ ਡਾਇਰੈਕਟ ਪੇ ਕਰ ਦਾਂਗਾ ਤਾਂ ਕਿ ਮੇਰਾ ਲੋਡ ਰਹੇ ਸਿਕਿਉਰ, ਠੀਕ ਹੈ। ਠੀਕ ਹੈ। ਇੱਥੋਂ ਆਪਣਾ ਕੈਰੀਅਰ ਵਗੈਰਾ ਹੋ ਗਿਆ ਖਤਮ।